20वां क्वेश्चन A, B, C, D were equal partner. Their balance sheet on the date of dissolution was as follow. Balance sheet given, further information given, prepare ledger account to close the books of the firm. ਆਪਾਂ ਸਭ ਤੋਂ ਪਹਿਲਾਂ ਰੀਲਾਈਜੇਸ਼ਨ ਅਕਾਊਂਟ ਪ੍ਰਪੇਅਰ ਕਰ ਲੈਣੇ, ਐਸੈਟਸ ਨੂੰ ਡੈਬਿਟ ਸਾਈਡ ਤੇ ਟ੍ਰਾਂਸਫਰ ਕਰ ਲਾਂਗੇ। ਸੈਂਡਰੀ ਐਸੈਟਸ ਕੁਐਸਚਨ ਦੇ ਵਿੱਚ ਗਿਵਨ ਸੀ 63,000, ਉਹ ਲਿਖਣੀ ਹੈ। ਕ੍ਰੈਡੀਟਰਸ ਬਿਲਸ ਪੇਬਲ ਨੂੰ ਕ੍ਰੈਡਿਟ ਸਾਈਡ ਤੇ ਤਾਰ ਲਾਂਗੇ। ਫਿਰ ਜਿਵੇਂ ਕਿਹਾ ਵਾ ਸੀ ਐਸੈਟ ਲਾਈਜ਼ 56,000 ਤਾਂ ਬਾਈ ਬੈਂਕ 56,000 ਲਿਖ ਦਾਂਗੇ। ਐਕਸਪੈਂਸਿਸ ਰੀਲਾਈਜੇਸ਼ਨ ਦੇ 1,000 ਸੀ ਟੂ ਬੈਂਕ 1,000 ਲਿਖ ਦਾਂਗੇ। ਅਤੇ ਕ੍ਰੈਡੀਟਰ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਸੀਗੀ, ਬਿਲਸ ਪੇਬਲ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਸੀ, ਅਤੇ ਪੂਰੇ ਦਾ ਪੂਰਾ ਪੇ ਕਰ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਬਾਈ ਲਾਸ ਔਨ ਰੀਲਾਈਜੇਸ਼ਨ ਆ ਜਾਏਗਾ। ਅੱਗੇ ਪਾਰਟਨਰ ਕੈਪੀਟਲ ਅਕਾਊਂਟ ਪ੍ਰਪੇਅਰ ਕਰਾਂਗੇ, ਇਹ 'ਚ ਬੈਲੈਂਸ ਬਰੋਡ ਡਾਊਨ ਕ੍ਰੈਡਿਟ ਸਾਈਡ 'ਤੇ ਆਪਾਂ ਤਾਰ ਲਾਂਗੇ। ਉਸ ਤੋਂ ਬਾਅਦ ਰੀਲਾਈਜੇਸ਼ਨ ਦਾ ਲਾਸ ਡੈਬਿਟ ਸਾਈਡ 'ਤੇ ਪਾ ਲਾਂਗੇ। P&L ਦਾ ਬੈਲੈਂਸ ਸੀ ਉਹ ਵੀ ਡੈਬਿਟ ਸਾਈਡ 'ਤੇ ਪਾ ਲਾਂਗੇ। ਡਰਾਇੰਗ ਦਾ ਬੈਲੈਂਸ ਸੀ ਉਹ ਵੀ ਡੈਬਿਟ ਸਾਈਡ 'ਤੇ ਪਾ ਦਾਂਗੇ। ਉਸ ਤੋਂ ਬਾਅਦ ਦੋਨੋਂ ਸਾਈਡ ਟੋਟਲ ਕਰਾਂਗੇ ਜੋ ਬੈਲੈਂਸਿੰਗ ਫਿਗਰ ਆ ਰਹੀ ਟੂ ਬੈਲੈਂਸ ਕੈਰੀ ਡਾਊਨ ਜੋ ਬਾਈ ਬੈਲੈਂਸ ਕੈਰੀ ਡਾਊਨ ਲਿਖ ਕੇ ਰੱਖ ਲਾਂਗੇ। ਜਿਵੇਂ ਡੀ ਦਾ ਦੇਖਿਆ ਹੈਗਾ ਤਾਂ ਡੀ ਦਾ ਆਪਣੀ ਡੈਫੀਸ਼ੀਐਂਸੀ ਆ ਰਹੀ ਹੈਗੀ 5,000, ਬੈਲੈਂਸਿੰਗ ਫਿਗਰ ਹੀ ਕਹਿ ਸਕਦੇ ਹਾਂ, ਠੀਕ ਹੈ। ਬੈਲੈਂਸਿੰਗ ਫਿਗਰ ਡੀ ਦੀ 5,000 ਆ ਰਹੀ ਹੈਗੀ, ਸੀ ਦੀ ਵੀ 5,000 ਆ ਰਹੀ ਹੈਗੀ ਬਾਈ ਵਾਲੀ ਸਾਈਡ, ਅਤੇ ਜੋ ਬੀ ਹੈ ਬੀ ਦੀ ਵੀ ਬਾਈ ਵਾਲੀ ਸਾਈਡ 3,000 ਆ ਰਹੀ ਹੈ, ਅਤੇ ਏ ਦੀ 2 ਵਾਲੀ ਸਾਈਡ ਬੈਲੈਂਸ ਕੈਰੀ ਡਾਊਨ 17,000 ਆ ਰਿਹਾ। ਤਾਂ ਮਤਲਬ ਇਹ ਆਪਣਾ ਸੋਲਵੈਂਟ ਪਾਰਟਨਰ ਹੈ, ਇਹ ਬਾਕੀਆਂ ਦੀ ਵੀ ਭਰਪਾਈ ਕਰੂਗਾ। ਬਟ ਆਪਾਂ ਪਹਿਲਾਂ ਪਿੱਛੋਂ ਤੋਂ ਹੀ ਸਟਾਰਟ ਕਰਦੇ ਹਾਂ। ਜਿਵੇਂ ਬੀ ਆ, ਬੀ ਦੇ ਕੋਲੇ ਖੁਦ ਕੋਲੇ ਕਿੰਨੇ ਪੈਸੇ ਹੈਗੇ, ਬੀ ਦਾ ਡੈਬਿਟ ਬੈਲੈਂਸ ਆ ਰਿਹਾ ਸੀ 3,000, ਅਤੇ ਉਹਦੇ ਪ੍ਰਾਈਵੇਟ ਸਟੇਟ 16,000 ਆ, ਪ੍ਰਾਈਵੇਟ ਲੈਬਿਲਟੀ 10,000 ਆ, ਤਾਂ ਉਹ 3,000 ਆਪਦੀ ਭਰਪਾਈ ਕਰ ਸਕਦਾ ਹੈਗਾ। ਅਗਰ ਉਹਦਾ ਕ੍ਰੈਡਿਟ ਬੈਲੈਂਸ ਹੁੰਦਾ ਤਾਂ ਫਿਰ ਇਹ ਦੂਜਿਆਂ ਦੀ ਵੀ ਡੈਫੀਸ਼ੀਐਂਸੀ ਨੂੰ ਬੀਅਰ ਕਰਨੀ ਪੈਣੀ ਸੀ। ਬਟ ਆਪਣੇ ਰੂਲ ਦੇ ਅਕੋਰਡਿੰਗ ਕੀ ਹੋਊਗਾ, ਇਹਦਾ ਡੈਬਿਟ ਬੈਲੈਂਸ ਹੈ, ਇਸ ਕਰਕੇ ਇਹਨੂੰ ਬਾਕੀਆਂ ਦੀ ਭਰਪਾਈ ਕਰਨ ਦੀ ਲੋੜ ਨਹੀਂ। ਇਹ ਸਿਰਫ ਆਪ ਦਾ ਹਿੱਸਾ ਲੈ ਕੇ ਆਊ। ਕਿੰਨਾ ਲੈ ਕੇ ਆਊ 3,000। ਬਾਕੀ ਇਹਦਾ ਜਿਹੜਾ ਘਰ ਦੇ 3,000 ਰੁਪਏ ਹੋਰ ਇਹਦੇ ਕੋਲ ਬਚ ਰਹੇ ਉਹ ਘਰੇ ਹੀ ਰੱਖੂ ਇੱਕ ਤਰੀਕੇ ਨਾਲ। ਉਸ ਤੋਂ ਬਾਅਦ ਆਪਾਂ ਸੀ ਦਾ ਦੇਖ ਲਾਂਗੇ। ਸੀ ਕੋਲੇ ਪ੍ਰਾਈਵੇਟ ਸਟੇਟ 14,000 ਲੈਬਿਲਟੀਜ਼ 12,000। ਇਹਦਾ ਮਤਲਬ ਵੀ 2,000 ਇਹ ਤੋਂ ਹੋਰ ਮੰਗਾ ਸਕਦੇ ਹੈਗੇ। ਇਹਦੇ ਕੋਲ 2,000 ਹੀ ਬਚ ਰਿਹਾ ਘਰੇ, ਤਾਂ 2,000 ਇਹ ਤੋਂ ਮੰਗਾ ਲਿਆ ਬਾਈ ਬੈਂਕ ਅਕਾਊਂਟ ਦੇ ਨਾਮ ਨਾਲ। ਅਤੇ ਜਿਹੜੀ ਇਹਦੀ ਡੈਫੀਸ਼ੀਐਂਸੀ ਆ ਇਹ ਕੌਣ ਬੀਅਰ ਕਰੇਗਾ, ਇਹ। ਅਤੇ ਆਪਾਂ ਨੂੰ ਡੀ ਦਾ ਵੀ ਆਪਣਾ ਡੈਬਿਟ ਬੈਲੈਂਸ ਹੀ ਹੈ, ਤਾਂ ਡੀ ਦੀ ਵੀ ਡੈਫੀਸ਼ੀਐਂਸੀ ਕਿਹਨੇ ਬੀਅਰ ਕਰਨੀ, ਏ ਨਹੀਂ ਬੀਅਰ ਕਰਨੀ। ਤਾਂ ਸੀ ਦੀ ਡੈਫੀਸ਼ੀਐਂਸੀ 3,000 ਕੌਣ ਬੀਅਰ ਕਰੇਗਾ, ਏ। ਉਸ ਤੋਂ ਬਾਅਦ ਆਪਾਂ ਡੀਜ਼ ਕੈਪੀਟਲ ਅਕਾਊਂਟ ਦੇਖਾਂਗੇ, ਇਹਦੇ ਵਿੱਚ ਵੀ 5,000 ਡੈਫੀਸ਼ੀਐਂਸੀ ਸੀਗੀ, ਅਤੇ ਇਹਦੇ ਕੋਲ ਤਾਂ ਘਰੇ ਕੁਛ ਹੈ ਹੀ ਨਹੀਂ, ਇਹਦੇ ਕੋਲ ਤਾਂ ਹੋਰ ਇਹਨੇ ਲੋਕਾਂ ਦੇ ਵੱਧ ਦੇਣੇ ਆ। ਤਾਂ ਇਹਦਾ ਮਤਲਬ ਆਪਾਂ ਲੋਕਾਂ ਦੇ ਇਹਦੇ ਪੈਸਿਆਂ ਦੀ ਪਰਵਾਹ ਨਹੀਂ ਕਰਾਂਗੇ ਵੀ ਜਿਹੜਾ 1,000 ਇਹਦਾ ਵੱਧ ਬਣਦਾ ਗਾ ਵੀ ਆਪਾਂ ਥੋੜ੍ਹੀ ਦੇਵਾਂਗੇ। ਆਪਾਂ ਜਸਟ ਇਹ ਦੇਖਣਾ ਵੀ ਫੋਰਮ ਦੇ ਵਿੱਚ ਕਿੰਨਾ ਗਾ, ਫੋਰਮ ਦੇ ਵਿੱਚ ਕੁਛ ਨਹੀਂ ਕੰਟਰੀਬਿਊਟ ਕਰ ਸਕਦਾ ਤਾਂ ਬਸ ਇਹਨੂੰ ਕਹਿ ਦਾਂਗੇ ਰਹਿਣ ਦੇ। ਅਤੇ ਬਾਕੀ ਜਿਹੜੀ ਡੈਫੀਸ਼ੀਐਂਸੀ 5,000 ਇਹ ਕੌਣ ਬੀਅਰ ਕਰੇਗਾ, ਏ ਬੀਅਰ ਕਰੇਗਾ। ਤਾਂ ਹੁਣ ਜਿੱਥੇ ਜਿੱਥੇ ਆਪਾਂ ਬਾਈ ਏਜ਼ ਕੈਪੀਟਲ ਲਿਖਿਆ ਸੀ, ਇਹ 2 ਸੀਜ਼ ਕੈਪੀਟਲ ਜਾਂ ਡੀਜ਼ ਕੈਪੀਟਲ ਜਿਹਦੀ ਉਹਨੇ ਡੈਫੀਸ਼ੀਐਂਸੀ ਬੀਅਰ ਕੀਤੀ ਹੈ ਉਹ ਇੱਧਰ ਏ ਦੇ ਕੈਪੀਟਲ ਅਕਾਊਂਟ ਵਿੱਚ ਡੈਬਿਟ ਸਾਈਡ 'ਤੇ ਲਿਖ ਦਾਂਗੇ। ਅਤੇ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਕੀ ਆ ਜਾਏਗਾ, ਟੂ ਬੈਂਕ ਅਕਾਊਂਟ। ਉਸ ਤੋਂ ਬਾਅਦ ਬੈਂਕ ਅਕਾਊਂਟ ਪ੍ਰਪੇਅਰ ਕਰ ਲਾਂਗੇ। ਇਹਦੇ ਵਿੱਚ ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ 'ਤੇ ਲਿਖ ਦਾਂਗੇ। ਜਿੱਥੇ ਆਪਾਂ ਬਾਈ ਕੈਸ਼ ਜਾਂ ਬਾਈ ਬੈਂਕ ਲਿਖਿਆ ਸੀਗਾ, ਜਿਵੇਂ ਬੀ ਲੈ ਕੇ ਆਇਆ ਸੀ 3,000, ਸੀ ਲੈ ਕੇ ਆਇਆ ਸੀ 2,000, ਉਹ 2 ਏਜ਼ ਕੈਪੀਟਲ ਬੀਜ਼ ਕੈਪੀਟਲ ਅਤੇ ਸੀਜ਼ ਕੈਪੀਟਲ ਲਿਖ ਦਾਂਗੇ। ਅਤੇ ਰੀਲਾਈਜੇਸ਼ਨ ਦਾ 56,000 ਮਿਲਿਆ ਸੀ ਬਾਈ ਬੈਂਕ ਉਹ ਵਾਲਾ ਲਿਖ ਦਾਂਗੇ। ਅਤੇ ਜਿੱਥੇ ਆਪਣਾ 2 ਕੈਸ਼ ਆਇਆ ਸੀ 9,000 ਏ ਦੇ ਵਿੱਚ ਉਹ ਲਿਖ ਦਾਂਗੇ ਬਾਈ ਏਜ਼ ਕੈਪੀਟਲ। ਅਤੇ ਰੀਲਾਈਜੇਸ਼ਨ ਦਾ 51,000 ਟੂ ਬੈਂਕ ਲਿਖਿਆ ਸੀ ਉਹ ਲਿਖ ਦਾਂਗੇ। ਅਤੇ ਬੀ ਦੇ ਲੋਨ ਆਪਣਾ 3,000 ਪੇ ਕਰਨ ਵਾਲਾ ਰਹਿੰਦਾ ਉਹ ਪੇ ਕਰ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ, ਟੋਟਲ ਮੈਚ ਹੋ ਜਾਏਗਾ। 35ਵਾਂ क्वेश्चन है XYZ and R had been carrying on business in partnership, sharing profit in the ratio of 10 though actively they decided to dissolve the firm when their balance sheet stood as follows. Balance sheet given, a further information given. You are required to draw up realization account, partner capital account and cash account. Assuming that Z have become insolvent and only those who has realized from his private estate apply the principle of Garner versus Murray. ਆਪਾਂ ਸਭ ਤੋਂ ਪਹਿਲਾਂ ਰੀਲਾਈਜੇਸ਼ਨ ਅਕਾਊਂਟ ਪ੍ਰਪੇਅਰ ਕਰ ਲਾਂਗੇ। ਅਸੈਟਸ ਨੂੰ ਡੈਬਿਟ ਸਾਈਡ 'ਤੇ ਟ੍ਰਾਂਸਫਰ ਕਰ ਲਾਂਗੇ। ਆਫਿਸ ਪ੍ਰੀਮਿਸਿਸ, ਫਰਨੀਚਰ, ਆਫਿਸ ਇਕਵਿਪਮੈਂਟ, ਮੋਟਰ ਕਾਰ, ਸਟਾਕ, ਡੈਟਰਸ। ਉਸ ਤੋਂ ਬਾਅਦ ਕ੍ਰੈਡਿਟ ਸਾਈਡ 'ਤੇ ਲੈਬਿਲਟੀਜ਼ ਨੂੰ ਪਾ ਲਾਂਗੇ, ਕ੍ਰੈਡਿਟਰਸ ਲੋਨ ਨੂੰ। ਉਸ ਤੋਂ ਬਾਅਦ ਜਿਵੇਂ ਕੁਐਸਚਨ ਕਿਹਾ ਸੀ ਉਵੇਂ ਸੋਲਵ ਕਰ ਲਾਂਗੇ। ਇਹਨੇ ਕਿਹਾ ਸੀ ਐਸੈਟ ਲਾਈਜ਼ ਅੰਡਰ ਆਫਿਸ ਪ੍ਰੀਮਿਸਿਸ 90,000, ਇਕਵਿਪਮੈਂਟ 7,000, ਸਟਾਕ 40,000, ਫਰਨੀਚਰ 16,000, ਮੋਟਰ ਕਾਰ 20,000, ਡੈਟਰਸ 24,000। ਅਤੇ ਇਹ ਆਪਾਂ ਸਾਰੀਆਂ ਵੈਲਿਊਜ਼ ਬਾਈ ਬੈਂਕ ਦੇ ਨਾਮ ਨਾਲ ਲਿਖ ਦਾਂਗੇ। ਇਹਦੇ ਡੈਬਿਟ ਸਾਈਡ 'ਤੇ ਐਕਸਪੈਂਸਿਸ ਗਏ ਸੀ ਇਹਨਾਂ ਨੇ 4,000 ਉਹ ਪਾ ਦਾਂਗੇ। ਫਰਦਰ ਕ੍ਰੈਡੀਟਰ 12,000 ਪਹਿਲਾਂ ਬੁੱਕਸ ਦੇ ਵਿੱਚ ਸ਼ੋ ਨਹੀਂ ਸੀਗੇ, 20 ਤਾਂ ਪਹਿਲਾਂ ਹੀ ਸੀਗੇ, 12 ਉਹਦੇ ਵਿੱਚ ਐਡ ਕਰਕੇ 32,000 ਆ ਜਾਏਗਾ। ਉਸ ਤੋਂ ਬਾਅਦ ਲੋਨ ਹੈ, ਲੋਨ ਦੀ ਪੇਮੈਂਟ ਕਰ ਦਾਂਗੇ ਸੇਮ ਵੈਲਿਊ ਨਾਲ ਹੀ।
फिर दोनों साइड टोटल करांगे जो बैलेंसिंग फिगर आ जाएगी लॉस ऑन रीलाइजेशन आ जाएगा। अगे पार्टनर कैपिटल अकाउंट प्रिपेयर करांगे डेबिट बैलेंस डेबिट साइड ते पा लांगे क्रेडिट बैलेंस क्रेडिट साइड ते पा लांगे लॉस ऑन रीलाइजेशन डेबिट साइड ते पा लांगे ते जिन्ना भी लॉस हैगा वो आपदा हिस्सा लैके आउणगे कैश दे विच। बाकी पार्टनर ਤਾਂ ਸੋਲਵੈਂਟ ਹੀ ਹੈ, ਇਕੱਲਾ ਜੈਡ ਦਾ ਇਹਦੇ ਵਿੱਚ ਉਹ ਇਨਸੋਲਵੈਂਟ ਆ। ਜੈਡ ਤੋਂ 200 ਰਿਕਵਰ ਹੋ ਰਿਹਾ ਸੀ ਤਾਂ ਬਾਏ ਕੈਸ਼ 200 ਪਾਵਾਂਗੇ, ਬਾਕੀਆਂ ਦੀ ਪੂਰੀ ਵੈਲਿਊ ਪਾ ਦਾਂਗੇ। ਜਨਰਲ ਰਿਜ਼ਰਵ ਤੇ ਡਿਵੈਲਪਮੈਂਟ ਰਿਜ਼ਰਵ ਇਹ ਆਪਾਂ ਪਾਰਟਨਰਸ ਦੇ ਵਿੱਚੋਂ ਵੰਡ ਦਾਂਗੇ। ਉਸ ਤੋਂ ਬਾਅਦ ਇਹਨਾਂ ਦੀ ਦੋਨੋਂ ਸਾਈਡ ਟੋਟਲ ਕਰਾਂਗੇ। ਪਹਿਲਾਂ ਜੈਡ ਦਾ ਕਰ ਲਾਂਗੇ, ਜੋ ਬੈਲੈਂਸਿੰਗ ਫਿਗਰ ਆ ਰਹੀ ਹੈਗੀ ਉਹ ਡੈਫੀਸ਼ੀਐਂਸੀ ਆ ਜਾਏਗੀ। ਉਹ ਕੌਣ ਬੀਅਰ ਕਰੇਗਾ? ਐਕਸ ਤੇ ਵਾਈ। ਆਰ ਦਾ ਕਿਉਂਕਿ ਡੈਬਿਟ ਬੈਲੈਂਸ ਆ ਰਿਹਾ ਹੈਗਾ ਇਸ ਕਰਕੇ ਆਰ ਕੁਛ ਵੀ ਬੀਅਰ ਨਹੀਂ ਕਰੇਗਾ। ਬਟ ਆਰ ਦੇ ਬਾਰੇ ਇਹ ਨਹੀਂ ਕਿਹਾ ਗਾ ਵੀ ਉਹ ਇਨਸੋਲਵੈਂਟ ਹੈ, ਤਾਂ ਆਰ ਜੋ ਪੇਮੈਂਟ ਕਰੇਗਾ ਆਪਾਂ ਨੂੰ ਕੈਸ਼ ਦੇ ਵਿੱਚ ਕਰ ਦੇਗਾ ਜੋ ਉਹਦੀ ਬੈਲੈਂਸਿੰਗ ਫਿਗਰ ਆ ਰਹੀ ਹੈਗੀ ਆਰ ਦੀ। ਜੈਡ ਦੀ ਜੋ ਬੈਲੈਂਸਿੰਗ ਫਿਗਰ ਆ ਰਹੀ ਹੈਗੀ ਉਹ ਬਾਈ ਐਕਸ ਤੇ ਬਾਈ ਵਾਈ ਕੰਟਰੀਬਿਊਟ ਕਰਨਗੇ ਆਪਦੀ ਕਿਸ ਰੇਸ਼ੋ ਦੇ ਵਿੱਚ? ਕੈਪੀਟਲ ਰੇਸ਼ੋ ਦੇ ਵਿੱਚ। ਆਫਟਰ ਡਿਸਟਰੀਬਿਊਟਿੰਗ ਦ ਜਨਰਲ ਰਿਜ਼ਰਵ ਡਿਵੈਲਪਮੈਂਟ ਰਿਜ਼ਰਵ ਇਹਨਾਂ ਨੂੰ ਐਡ ਕਰਨ ਤੋਂ ਬਾਅਦ ਜੋ ਰੇਸ਼ੋ ਬਣੂਗੀ ਉਹਦੇ ਵਿੱਚ ਆਪਾਂ ਕੀ ਕਰਾਂਗੇ ਇਹਦੀ ਜੋ ਡੈਫੀਸ਼ੀਐਂਸੀ ਹੈ ਉਹ ਬੀਅਰ ਕਰਨਗੇ ਐਕਸ ਤੇ ਵਾਈ। ਉਸ ਤੋਂ ਬਾਅਦ ਇੱਧਰ ਡੈਬਿਟ ਸਾਈਡ 'ਤੇ ਉਹੀ 2 ਜੈਡਸ ਕੈਪੀਟਲ ਅਕਾਊਂਟ ਲਿਖ ਦਾਂਗੇ, ਦੋਨੋਂ ਸਾਈਡ ਟੋਟਲ ਕਰਾਂਗੇ ਜੋ ਬੈਲੈਂਸਿੰਗ ਫਿਗਰ ਆ ਜਾਏਗੀ 2 ਬੈਂਕ ਅਕਾਊਂਟ ਆ ਜਾਏਗਾ। ਉਸ ਤੋਂ ਬਾਅਦ ਅੱਗੇ ਬੈਂਕ ਅਕਾਊਂਟ ਪ੍ਰਪੇਅਰ ਕਰ ਲਾਂਗੇ। ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ 'ਤੇ ਲਿਖ ਦਾਂਗੇ 2 ਰੀਲਾਈਜੇਸ਼ਨ ਲਿਖ ਦਾਂਗੇ ਜੋ ਆਪਾਂ ਬਾਈ ਕੈਸ਼ ਮਤਲਬ ਲਿਖਿਆ ਸੀਗਾ, ਠੀਕ ਹੈ 1,97,000 ਜੋ ਪੈਸੇ ਆਏ ਸੀਗੇ। ਫਿਰ ਐਕਸ ਬਾਈ ਜੈਡ ਆਰ ਜਿੰਨਾ ਕੰਟਰੀਬਿਊਟ ਕਰ ਰਹੇ ਸੀ ਬਾਈ ਕੈਸ਼ ਦੇ ਨਾਮ ਨਾਲ ਉਹ ਲਿਖ ਦਾਂਗੇ। ਆਰ ਨੂੰ 2000 ਐਂਡ 'ਤੇ ਉਹਨੇ ਹੋਰ ਲਿਆਂਦਾ ਸੀ ਉਹ ਵੀ ਇੱਧਰ ਡੈਬਿਟ ਸਾਈਡ 'ਤੇ ਲਿਖ ਦਾਂਗੇ। ਅਤੇ ਉਸ ਤੋਂ ਬਾਅਦ ਇੱਧਰ ਕ੍ਰੈਡਿਟ ਸਾਈਡ 'ਤੇ ਬਾਈ ਰੀਲਾਈਜੇਸ਼ਨ ਜਿਹੜੀ ਆਪਾਂ ਕ੍ਰੈਡਿਟਰਸ ਵਗੈਰਾ ਨੂੰ ਪੇਮੈਂਟ ਕੀਤੀ ਉਹ ਲਿਖ ਦਾਂਗੇ। ਐਕਸ ਨੂੰ ਕੀਤੀ ਹੈ ਅਤੇ ਬਾਈ ਨੂੰ ਕੀਤੀ ਹੈ ਐਂਡ 'ਤੇ ਉਹ ਵਾਲੀ ਵੀ ਇੱਧਰ ਲਿਖ ਦਾਂਗੇ। ਬਸ ਦੋਨੋਂ ਸਾਈਡ ਟੋਟਲ ਕਰਾਂਗੇ, ਟੋਟਲ ਮੈਚ ਹੋ ਜਾਏਗਾ। ਤੀਵਾਂ ਕੁਐਸਚਨ A B C D ਆਰ ਪਾਰਟਨਰਸ ਸ਼ੇਅਰਿੰਗ ਪ੍ਰੋਫਿਟ ਇਨ ਦੀ ਰੇਸ਼ੋ ਆਫ 2-2 1-1 ਦੇ ਬੈਲੈਂਸ ਸ਼ੀਟ ਗਿਵਨ ਹੈਗੀ। ਉਸ ਤੋਂ ਬਾਅਦ ਫਰਦਰ ਇਨਫੋਰਮੇਸ਼ਨ ਗਿਵਨ। ਸਭ ਤੋਂ ਪਹਿਲਾਂ ਆਪਾਂ ਰੀਲਾਈਜੇਸ਼ਨ ਅਕਾਊਂਟ ਪ੍ਰਪੇਅਰ ਕਰ ਲੈਂਦੇ ਹੈਗੇ। ਐਸੈਟਸ ਨੂੰ ਡੈਬਿਟ ਸਾਈਡ 'ਤੇ ਟ੍ਰਾਂਸਫਰ ਕਰ ਲਾਂਗੇ। ਐਸੈਟਸ ਆਪਣੇ ਕੋਲ ਫਿਕਸ ਐਸੈਟਸ ਅਤੇ ਡੈਟਰ ਸੀ। ਉਸ ਤੋਂ ਬਾਅਦ ਲਾਇਬਿਲਿਟੀਜ਼ ਨੂੰ ਕ੍ਰੈਡਿਟ ਸਾਈਡ 'ਤੇ ਪਾ ਲਾਂਗੇ, ਕ੍ਰੈਡਿਟਰ ਅਤੇ ਬਿਲਸ ਪੇਬਲ ਸੀਗੇ। ਉਸ ਤੋਂ ਬਾਅਦ ਜਿਵੇਂ ਕੁਐਸਚਨ ਕਿਹਾ ਸੀ ਉਵੇਂ ਸੋਲਵ ਕਰ ਲਾਂਗੇ। ਇਹਨਾਂ ਨੇ ਕਿਹਾ ਐਸੈਟਸ ਤੋਂ ਆਪਾਂ ਨੂੰ 24,800 ਮਿਲੇ ਹੈਗੇ ਤਾਂ ਬਾਏ ਆਪਾਂ ਬੈਂਕ ਲਿਖ ਦਾਂਗੇ 24,800 ਅਤੇ ਲਾਇਬਿਲਿਟੀਜ਼ ਬਾਰੇ ਰੀਲਾਈਜੇਸ਼ਨ ਐਕਸਪੈਂਸਿਸ ਸੀਗੇ ਇੱਕ ਤਾਂ 200 ਉਹਦਾ ਪੇ ਕਰ ਦਾਂਗੇ। ਕ੍ਰੈਡਿਟਰ ਬਾਰੇ ਅਤੇ ਬਿਲਸ ਪੇਬਲ ਬਾਰੇ ਕੋਈ ਇੱਥੇ ਲਿਖਿਆ ਵਾ ਆਲ ਦਾ ਲਾਇਬਿਲਿਟੀ ਬਟ ਡਿਸਚਾਰਜ ਐਟ ਬੁੱਕ ਵੈਲਿਊ, ਅਗਰ ਨਾ ਵੀ ਦਿੱਤਾ ਹੁੰਦਾ ਤਾਂ ਵੀ ਅਸੀਂ ਬੁੱਕ ਵੈਲਿਊ ਸੇਮ ਹੀ ਪੇ ਕਰ ਦੇਣੀ ਸੀਗੀ। ਤਾਂ ਦੋਨੋਂ ਸਾਈਡ ਦਾ ਟੋਟਲ ਕਰਾਂਗੇ। ਉਸ ਤੋਂ ਬਾਅਦ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਬਾਈ ਲੋਸ ਔਨ ਰੀਲਾਈਜੇਸ਼ਨ ਆ ਜਾਏਗਾ। ਅੱਗੇ ਪਾਰਟਨਰ ਕੈਪੀਟਲ ਅਕਾਊਂਟ ਪ੍ਰਪੇਅਰ ਕਰਾਂਗੇ। ਇਹਦੇ ਵਿੱਚ ਬੈਲੈਂਸ ਬਰੋਡ ਡਾਊਨ ਕ੍ਰੈਡਿਟ ਸਾਈਡ 'ਤੇ ਲਿਖ ਦਾਂਗੇ, ਰੀਲਾਈਜੇਸ਼ਨ ਦਾ ਲੋਸ ਡੈਬਿਟ ਸਾਈਡ 'ਤੇ ਲਿਖ ਦਾਂਗੇ, P&L ਦਾ ਬੈਲੈਂਸ ਸੀਗਾ ਐਸੈਟ ਸਾਈਡ 'ਤੇ ਉਹ ਵੀ ਡੈਬਿਟ ਸਾਈਡ 'ਤੇ ਲਿਖ ਦਾਂਗੇ। ਉਸ ਤੋਂ ਬਾਅਦ ਜਿਹਦਾ ਹਿੱਸਾ ਬਣ ਰਿਹਾ ਹੈਗਾ ਉਹ ਆਪਦਾ ਲੋਸ ਕੰਟਰੀਬਿਊਟ ਕਰਨਗੇ ਬਾਈ ਕੈਸ਼ ਅਕਾਊਂਟ ਦੇ ਨਾਮ ਨਾਲ। ਸੀ ਇਨਸੋਲਵੈਂਟ ਹੋ ਰਿਹਾ ਤਾਂ ਇਸ ਕਰਕੇ ਸੀ ਕਹਿ ਰਿਹਾ ਕੁਛ ਵੀ ਲੈ ਕੇ ਨਹੀਂ ਆ ਰਿਹਾ ਹੈਗਾ ਅਤੇ ਇਸ ਕਰਕੇ ਬਾਈ ਕੈਸ਼ ਉਹਦੇ ਵਿੱਚ ਕੁਛ ਨਹੀਂ ਲਿਖਾਂਗੇ। ਉਸ ਤੋਂ ਬਾਅਦ ਸਾਰਿਆਂ ਦਾ ਟੋਟਲ ਕਰ ਲਾਂਗੇ। ਜੋ ਬੈਲੈਂਸਿੰਗ ਫਿਗਰ ਆ ਰਹੀ ਹੈਗੀ ਉਹ ਆਪਾਂ ਨੇ 2 ਬੈਲੈਂਸ ਕੈਰੀ ਡਾਊਨ ਇੱਕ ਵਾਰੀ ਪੈਨਸਲ ਨਾਲ ਭਾਵੇਂ ਲਿਖ ਕੇ ਰੱਖ ਸਕਦੇ ਹਾਂ ਆਪਾਂ। ਤਾਂ ਇਹਦਾ ਜਿਹੜਾ ਡੀ ਹੈ ਡੀ ਦਾ ਤਾਂ ਡੈਬਿਟ ਬੈਲੈਂਸ ਆ ਰਿਹਾ ਹੈਗਾ ਤਾਂ ਉੱਥੇ ਤਾਂ ਬਾਈ ਕੈਸ਼ ਅਕਾਊਂਟ ਆ ਜਾਏਗਾ ਕਿਉਂਕਿ ਡੀ ਬਾਰੇ ਕਿਹਾ ਨਹੀਂ ਹੈਗਾ ਵੀ ਉਹ ਆਪਣਾ ਇਨਸੋਲਵੈਂਟ ਹੋ ਗਿਆ। ਤਾਂ ਇਹਦਾ ਮਤਲਬ ਡੀ ਕੋਲ ਕਪੈਸਿਟੀ ਹੈਗੀ ਉਹ ਉਹਦੇ ਘਰੋਂ ਪੈਸੇ ਲੈ ਆਏਗਾ ਬਾਈ ਕੈਸ਼ ਅਕਾਊਂਟ ਦੇ ਨਾਮ ਨਾਲ। ਅਤੇ ਸੀ ਇਨਸੋਲਵੈਂਟ ਆ, ਸੀ ਦੀ ਡੈਫੀਸ਼ੀਐਂਸੀ ਕੌਣ ਬੀਅਰ ਕਰੇਗਾ? ਇੱਕ ਏ ਅਤੇ ਬੀ ਕਿਉਂਕਿ ਉਹਨਾਂ ਦਾ ਕ੍ਰੈਡਿਟ ਬੈਲੈਂਸ ਹੈ ਇਸ ਕਰਕੇ ਬਸ ਉਹਨਾਂ ਦੇ ਅਕਾਊਂਟ 'ਚ ਬਾਈ ਏ ਅਤੇ ਬਾਈ ਬੀ ਪਾ ਦਾਂਗੇ ਸੀ ਦੇ ਅਕਾਊਂਟ 'ਚ ਅਤੇ ਉੱਧਰ 2 ਸੀਜ਼ ਅਕਾਊਂਟ ਆ ਜਾਏਗਾ ਏ ਅਤੇ ਬੀ ਦੇ ਵਿੱਚੋਂ ਅਮਾਊਂਟ ਕੱਟਣ ਲਈ। ਫਿਰ ਏ ਅਤੇ ਬੀ ਦਾ ਵੀ ਦੋਨੋਂ ਸਾਈਡ ਟੋਟਲ ਕਰਾਂਗੇ। ਜੋ ਬੈਲੈਂਸਿੰਗ ਫਿਗਰ ਆ ਜਾਏਗੀ 2 ਕੈਸ਼ ਅਕਾਊਂਟ ਆ ਜਾਏਗਾ। ਉਸ ਤੋਂ ਬਾਅਦ ਇੱਧਰ ਬੈਂਕ ਅਕਾਊਂਟ ਪ੍ਰਪੇਅਰ ਕਰ ਲਾਂਗੇ। ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ 'ਤੇ ਲਿਖਾਂਗੇ 2 ਰੀਲਾਈਜੇਸ਼ਨ ਅਕਾਊਂਟ ਲਿਖ ਦਾਂਗੇ ਜਿੰਨੇ ਪੈਸੇ ਮਿਲੇ ਸੀਗੇ, ਬਾਈ ਰੀਲਾਈਜੇਸ਼ਨ ਲਿਖ ਦਾਂਗੇ ਜਿੰਨੇ ਪੈਸੇ ਪੇ ਕੀਤੇ ਸੀਗੇ, 2 ਏਜ਼ ਬੀਜ਼ ਐਂਡ ਡੀਜ਼ ਕੈਪੀਟਲ ਕਿ ਜਿੰਨੇ ਪੈਸੇ ਆਪਾਂ ਨੇ ਕੀ ਕੀਤੇ ਆ ਉਹਦੇ ਤੋਂ ਮੰਗਵਾਏ ਹੈਗੇ ਉਹ ਡੈਬਿਟ ਸਾਈਡ 'ਤੇ ਆ ਜਾਣਗੇ ਅਤੇ ਜਿੰਨੇ ਐਂਡ 'ਤੇ 2 ਮਤਲਬ ਕਿ ਪੇ ਕੀਤੇ ਹੈਗੇ 2 ਵਾਲੇ ਦੇ ਨਾਮ 2 ਬੈਂਕ ਕੀਤਾ ਸੀਗਾ ਲਾਸਟ 'ਤੇ ਕੈਪੀਟਲ ਅਕਾਊਂਟ ਦੇ ਵਿੱਚ ਉਹ ਇੱਧਰ ਬਾਈ ਏਜ਼ ਬਾਈ ਬੀਜ਼ ਕੈਪੀਟਲ ਅਕਾਊਂਟ ਆ ਜਾਏਗਾ। ਦੋਨੋਂ ਸਾਈਡ ਟੋਟਲ ਕਰਾਂਗੇ, ਟੋਟਲ ਮੈਚ ਹੋ ਜਾਏਗਾ। 35ਵਾਂ ਕੁਐਸਚਨ ਆ ਵਿਨੀ ਮਿਨੀ ਐਂਡ ਟੀਨੀ ਆਰ ਪਾਰਟਨਰ ਸ਼ੇਅਰਿੰਗ ਪ੍ਰੋਫਿਟ ਐਂਡ ਲੌਸਿਸ ਇਨ ਦੀ ਰੇਸ਼ੋ ਆਫ 4-3-2। ਫਰਦਰ ਆਪਾਂ ਨੂੰ ਬੈਲੈਂਸ ਸ਼ੀਟ ਗਿਵਨ ਆ, ਫਰਦਰ ਅੱਗੇ ਇਨਫੋਰਮੇਸ਼ਨ ਗਿਵਨ ਆ। ਤਾਂ ਆਪਾਂ ਨੈਸੈਸਰੀ ਲੈਜ਼ਰ ਅਕਾਊਂਟਸ ਬਣਾ ਲੈਣੇ। ਸਭ ਤੋਂ ਪਹਿਲਾਂ ਰੀਲਾਈਜੇਸ਼ਨ ਅਕਾਊਂਟ ਬਣਾ ਲੈਂਦੇ ਹਾਂ। ਇਹਦੇ ਵਿੱਚ ਐਸੈਟਸ ਨੂੰ ਡੈਬਿਟ ਸਾਈਡ 'ਤੇ ਟ੍ਰਾਂਸਫਰ ਕਰ ਲਾਂਗੇ। ਐਸੈਟ ਆਪਣੇ ਕੋਲ ਡੈਟਰ ਸੀ, ਸਟਾਕ ਸੀ, ਮਸ਼ੀਨਰੀ ਸੀ। ਲਾਇਬਿਲਿਟੀਜ਼ ਨੂੰ ਕ੍ਰੈਡਿਟ ਸਾਈਡ 'ਤੇ ਟ੍ਰਾਂਸਫਰ ਕਰ ਲਾਂਗੇ। ਰੀਜ਼ਨ ਸੀ ਉਸ ਤੋਂ ਬਾਅਦ ਆਪਣੇ ਕੋਲ ਕ੍ਰੈਡੀਟਰ ਬੈਂਕ ਓਵਰਡਰਾਫਟ ਲੋਨ ਇਹਨਾਂ ਸਾਰਿਆਂ ਨੂੰ ਟ੍ਰਾਂਸਫਰ ਕਰਨ ਤੋਂ ਬਾਅਦ ਜਿਵੇਂ ਕੁਐਸਚਨ ਕਿਹਾ ਸੀ ਉਵੇਂ ਸੋਲਵ ਕਰ ਲਾਂਗੇ। ਇਹਨਾਂ ਨੇ ਕਿਹਾ ਹੈਗਾ ਸਟਾਕ was taken over by the banker and it lies year bank paid back 4 year after recovering its overdraft and interest due thereon। मतलब कि
ਜਿਹੜਾ ਬੈਂਕ ਓਵਰਡਰਾਫਟ ਸੀਗਾ ਉਹ ਹੁਣ ਆਪਾਂ ਨੂੰ ਪੇ ਕਰਨ ਦੀ ਲੋੜ ਨਹੀਂ, ਨਾ ਉਹਦਾ ਇੰਟਰਸਟ। ਆਪਾਂ ਨੇ ਕੀ ਕੀਤਾ ਗਾ, ਉਹਨੂੰ ਸਟਾਕ ਦੇਤਾ ਅਤੇ ਉਹਨੇ ਬਦਲੇ ਵਿੱਚ ਆਪਾਂ ਨੂੰ 4000 ਰੁਪਇਆ ਦਿੱਤਾ ਗਾ, ਤਾਂ ਆਪਾਂ ਸਿਰਫ ਐਂਟਰੀ ਕਾਹਦੀ ਪਾਵਾਂਗੇ 4000 ਦੀ, ਕਿਉਂਕਿ ਉਹਨਾਂ ਨੇ 4000 ਦੇਤਾ ਅਤੇ ਬਦਲੇ ਐਸਿਡ ਦੇ ਬਦਲੇ ਅਗਰ ਕੋਈ ਲਾਇਬਿਲਿਟੀਜ਼ ਆਉਂਦੀ ਹੈ ਤਾਂ ਉਹਦਾ ਕੋਈ ਵੀ ਟਰੀਟਮੈਂਟ ਨਹੀਂ ਹੁੰਦਾ ਗਾ। ਉਸ ਤੋਂ ਬਾਅਦ ਮਸ਼ੀਨਰੀ ਡਿਸਪੋਜ਼ ਹੋਈ ਹੈਗੀ 24000 ਦੀ, ਉਹ ਬਾਈ ਮਸ਼ੀਨਰੀ 24000 ਲਿਖ ਦਾਂਗੇ। ਡੈਟਰਸ ਦੇ ਵਿੱਚ 14000 ਮਿਲਿਆ, ਡੈਟਰਸ ਬਾਈ ਕੈਸ਼ 14000 ਲਿਖ ਦਾਂਗੇ। ਫਿਰ ਇੱਧਰ ਲੋਨ ਵਾਜ਼ ਫੁੱਲੀ ਪੇਡ ਆਫ ਅਲੋਂਗ ਵਿਦ ਇੰਟਰਸਟ ਡਿਊ 1000 ਦਾ। ਲੋਨ 25000 ਦਾ ਸੀਗਾ ਅਤੇ ਆਪਾਂ ਨੂੰ ਹੋਰ ਨਾਲ 1000 ਹੋਰ ਦਿੱਤਾ ਗਾ, ਅਤੇ ਟੂ ਕੈਸ਼ 26000 ਆ ਜਾਏਗਾ। ਕਹਿ ਰਹੇ ਦੇਰ ਵਾਜ਼ ਅਨਰਿਕਾਰਡਡ ਐਸਿਡ ਵੈਲਿਊ 5000 ਵਿੱਚੋਂ ਟੇਕਨ ਓਵਰ ਬਾਈ ਕ੍ਰੈਡੀਟਰ ਐਟ 2000। ਇੱਕ ਐਸਿਡ ਸੀਗੀ, ਕਿਹਨੇ ਲੈ ਲਈ ਹੈਗੀ, ਕ੍ਰੈਡੀਟਰਸ ਨੇ ਲੈ ਲਈ। ਕਿੰਨੀ ਵੈਲਿਊ 2000 ਮੰਨ ਕੇ ਚੱਲ ਰਹੇ ਆ, ਤਾਂ ਫਿਰ ਇਹਦਾ ਮਤਲਬ ਆਪਾਂ ਦੇਣੇ ਕ੍ਰੈਡੀਟਰ ਦੇ ਕਿੰਨੇ ਸੀ 20000। ਉਹ ਕਹਿੰਦੇ 2000 ਦੀ ਤੁਹਾਡੀ ਚੀਜ਼ ਲੈ ਲਈ, ਤਾਂ ਕੱਲ੍ਹ ਨੂੰ ਆਪਾਂ ਉਹਨਾਂ ਨੂੰ ਕਿੰਨੇ ਪੈਸੇ ਪੇ ਕਰਾਂਗੇ 18000। ਭਾਵੇਂ ਉਹ ਚੀਜ਼ ਦੀ ਆਪਾਂ ਨੂੰ 5000 ਦੀ ਆਈ ਸੀਗੀ, ਬਟ ਉਹਨਾਂ ਨੇ ਤਾਂ ਆਪਣੇ ਨਾਲ ਗੱਲ ਕੀਤੀ ਵੀ 2000 ਦੀ ਹੋਈ ਚੀਜ਼ ਲੈ ਕੇ ਜਾ ਰਹੇ ਹੈਗੇ, ਠੀਕ ਹੈ। ਤਾਂ ਇਸ ਕਰਕੇ 2000 ਹੀ ਮਾਈਨਸ ਕਰਾਂਗੇ, 18000 ਕ੍ਰੈਡੀਟਰਸ ਨੂੰ ਪੇਮੈਂਟ ਹੋ ਜਾਏਗੀ। ਐਕਸਪੈਂਸਿਸ ਪੇ ਕਿਹਨੇ ਕਰਤੇ, ਬਿੰਨੀ ਨੇ, ਤਾਂ ਟੂ ਬਿੰਨੀਜ਼ ਕੈਪੀਟਲ ਅਕਾਊਂਟ 300 ਰੁਪਏ ਆਪਾਂ ਡੈਬਿਟ ਸਾਈਡ 'ਤੇ ਲਿਖਾਂਗੇ। ਉਸ ਤੋਂ ਬਾਅਦ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਕੀ ਆ ਜਾਏਗਾ, ਆਪਣਾ ਲੋਸ ਆ ਜਾਏਗਾ। ਫਿਰ ਆਪਾਂ ਪਾਰਟਨਰ ਕੈਪੀਟਲ ਅਕਾਊਂਟ ਪ੍ਰਪੇਅਰ ਕਰ ਲਾਂਗੇ। ਬੈਲੈਂਸ ਬਰੋਡ ਡਾਊਨ ਕ੍ਰੈਡਿਟ ਸਾਈਡ 'ਤੇ ਲਿਖ ਦਾਂਗੇ। ਰੀਲੇਗੇਸ਼ਨ ਦਾ ਲੋਸ ਡੈਬਿਟ ਸਾਈਡ 'ਤੇ ਲਿਖ ਦਾਂਗੇ। P&L ਦਾ ਲੋਸ ਸੀ ਉਹ ਵੀ ਡੈਬਿਟ ਸਾਈਡ 'ਤੇ ਲਿਖ ਦਾਂਗੇ, ਅਤੇ ਜਿੰਨਾ ਲੋਸ ਸੀਗਾ ਉਹ ਆਪਣੇ ਸੋਲਵੈਂਟ ਪਾਰਟਨਰ ਤਾਂ ਪੂਰਾ ਲੈ ਕੇ ਆਉਣਗੇ। ਟੀਨੀ ਇਨਸੋਲਵੈਂਟ ਅਤੇ ਉਹ ਸਿਰਫ ਕਿੰਨੇ ਰੁਪਏ ਦੇ ਰਹੀ ਹੈ, ਉਹਦੇ ਪ੍ਰਾਈਵੇਟ ਲੈਵਲ 1000 ਅਤੇ ਉਹਦਾ ਪ੍ਰਾਈਵੇਟ estate ਤੋਂ ਕਿੰਨਾ ਰਿਲਾਈਜ਼ ਹੋ ਰਿਹਾ 1950, ਅਤੇ ਇਹਦਾ ਮਤਲਬ ਉਹ 950 ਆਪਾਂ ਨੂੰ ਦੇ ਦੇਊਗੀ ਬਾਈ ਕੈਸ਼ ਦੇ ਨਾਲ। ਉਸ ਤੋਂ ਬਾਅਦ ਟੀਨੀ ਦਾ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਕੀ ਹੋ ਜਾਏਗੀ, ਡੈਫੀਸ਼ੀਐਂਸੀ ਹੋ ਜਾਏਗੀ। ਕੌਣ ਬੀਅਰ ਕਰੇਗਾ, ਵਿਨੀ ਤੇ ਮਿੰਨੀ। ਕਿਸ ਰੇਸ਼ੋ ਦੇ ਵਿੱਚ, ਆਪਣੀ ਕੈਪੀਟਲ ਰੇਸ਼ੋ ਦੇ ਵਿੱਚ। ਕੈਪੀਟਲ ਰੇਸ਼ੋ ਕਿੰਨੀ ਬਣ ਰਹੀ ਹੈ ਇਹਨਾਂ ਦੀ 20000, ਤਾਂ ਆਪਣੇ ਕੋਲ ਬੈਲੈਂਸ ਬਰੋਡ ਡਾਊਨ ਸੀ। P&L ਦਾ ਜੋ ਡੈਬਿਟ ਬੈਲੈਂਸ ਸੀ ਉਹ ਮਾਈਨਸ ਕਰ ਦਾਂਗੇ। 16 ਤੇ 7 ਆਪਣੀ ਰੇਸ਼ੋ ਆ ਜਾਏਗੀ, 16/23 ਤੇ 7/23 ਦੇ ਵਿੱਚ ਡੈਫੀਸ਼ੀਐਂਸੀ ਇਹ ਬੀਅਰ ਕਰਨਗੇ ਬਿਨੀ ਤੇ ਮਿੰਨੀ। ਇੱਧਰ ਬਾਈ ਬਿਨੀਜ਼ ਅਕਾਊਂਟ, ਬਾਈ ਮਿਨੀਜ਼ ਅਕਾਊਂਟ ਲਿਖ ਦਿੰਦੇ, ਟੂ ਟੀਨੀਜ਼ ਅਕਾਊਂਟ ਡੈਬਿਟ ਸਾਈਡ 'ਤੇ ਬਿਨੀ ਤੇ ਮਿੰਨੀ ਦੇ ਅਕਾਊਂਟ ਵਿੱਚ ਲਿਖ ਦਾਂਗੇ। ਉਸ ਤੋਂ ਬਾਅਦ ਇੱਕ ਬਿਨੀ ਨੂੰ ਆਪਾਂ ਰੀਲੇਗੇਸ਼ਨ ਐਕਸਪੈਂਸਿਸ ਉਹਨੇ ਪੇ ਕੀਤੇ ਸੀ, ਤਾਂ ਬਿਨੀ ਨੂੰ ਆਪਾਂ ਨੇ ਦੇਣੇ ਸੀਗੇ ਬਾਈ ਰੀਲੇਗੇਸ਼ਨ ਦੇ ਨਾਮ ਨਾਲ 300 ਰੁਪਈਆ ਪਾ ਦਾਂਗੇ ਬਿਨੀ ਦੇ ਅਕਾਊਂਟ ਵਿੱਚ। ਫਿਰ ਦੋਨੋਂ ਸਾਈਡ ਦਾ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਟੂ ਕੈਸ਼ ਅਕਾਊਂਟ ਆ ਜਾਏਗਾ। ਅੱਗੇ ਕੈਸ਼ ਅਕਾਊਂਟ ਪ੍ਰਪੇਅਰ ਕਰ ਲਾਂਗੇ, ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ 'ਤੇ ਲਿਖ ਦਾਂਗੇ, ਅਤੇ ਬਿਨੀਜ਼ ਅਕਾਊਂਟ, ਮਿਨੀਜ਼ ਅਕਾਊਂਟ, ਟੀਨੀਜ਼ ਅਕਾਊਂਟ ਜਿੰਨੇ ਉਹਨਾਂ ਤੋਂ ਰਿਸੀਵ ਕੀਤੇ ਡੈਬਿਟ ਸਾਈਡ 'ਤੇ ਲਿਖ ਦਾਂਗੇ। ਟੂ ਰੀਲੇਗੇਸ਼ਨ ਅਕਾਊਂਟ ਜੋ ਆਪਾਂ ਨੇ ਕੈਸ਼ ਮਤਲਬ ਰਿਸੀਵ ਕੀਤਾ ਹੈਗਾ ਸਟਾਕ, ਮਸ਼ੀਨਰੀ, ਡੈਟਰਸ ਤੋਂ, ਉਹਦਾ ਟੋਟਲ ਕਰਕੇ ਲਿਖਤਾ ਹੈਗਾ ਇੱਧਰ ਕ੍ਰੈਡਿਟ ਸਾਈਡ 'ਤੇ। ਬਿਨੀਜ਼ ਅਕਾਊਂਟ, ਮਿਨੀਜ਼ ਅਕਾਊਂਟ ਜਿੰਨੀ ਉਹਨਾਂ ਨੂੰ ਕੈਸ਼ ਪੇਮੈਂਟ ਕੀਤੀ ਹੈ ਉਹ ਲਿਖ ਦਾਂਗੇ, ਅਤੇ ਬਾਈ ਰੀਲੇਗੇਸ਼ਨ ਦੇ ਨਾਮ ਨਾਲ ਜਿਹੜੀ ਆਪਾਂ ਕੈਸ਼ ਪੇਮੈਂਟ ਲੋਨ ਪੇ ਕੀਤਾ, ਕ੍ਰੈਡੀਟਰਸ ਨੂੰ ਪੇ ਕੀਤਾ, ਉਹਦਾ ਟੋਟਲ ਕਰਕੇ ਲਿਖ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ, ਟੋਟਲ ਮੈਚ ਹੋ ਜਾਏ। ਜਿਵੇਂ ਕੁਐਸਚਨ ਹੈ, ਜੂਲੀ, ਮਿਲੀ, ਨੂਰੀ ਐਂਡ ਸੀਮਾ ਵਰ ਪਾਰਟਨਰ ਸ਼ੇਅਰਿੰਗ ਪ੍ਰੋਫਿਟ ਐਂਡ ਲॉसेस ਇਨ ਦੀ ਰੇਸ਼ੋ ਆਫ 10-10-2-2 ਫॉलोइंग इज देयर बैलेंस शीट गिवन फर्दर इन्फॉर्मेशन गिवन। ਤਾਂ ਆਪਾਂ ਸਭ ਤੋਂ ਪਹਿਲਾਂ ਰੀਲੇਗੇਸ਼ਨ ਅਕਾਊਂਟ ਪ੍ਰਪੇਅਰ ਕਰ ਲੈਂਦੇ ਹਾਂ। ਐਸੈਟਸ ਨੂੰ ਡੈਬਿਟ ਸਾਈਡ 'ਤੇ ਤਾਰ ਲਾਂਗੇ। ਐਸੈਟਸ ਕਿਹੜੀਆਂ ਸੀ, ਫਰਨੀਚਰ, ਟ੍ਰੇਡਮਾਰਕ, ਸਟਾਕ, ਡੈਟਰਸ। ਉਸ ਤੋਂ ਬਾਅਦ ਲੈਬਿਲਿਟੀਜ਼ ਨੂੰ ਕ੍ਰੈਡਿਟ ਸਾਈਡ 'ਤੇ ਪਾ ਲਾਂਗੇ, ਪ੍ਰੋਵੀਜ਼ਨ ਸੀ, ਕ੍ਰੈਡੀਟਰ ਸੀਗੇ। ਫਿਰ ਜਿਵੇਂ ਜਿਵੇਂ ਕੁਐਸਚਨ ਕਿਹਾ ਸੀ ਉਵੇਂ ਸੋਲਵ ਕਰ ਲਾਂਗੇ। ਇਹਨਾਂ ਨੇ ਕਿਹਾ ਐਸੈਟ ਰਿਲਾਈਜ਼ ਐਜ਼ ਫੋਲੋ, ਡੈਟਰਸ ਤੋਂ 4,50,000 ਮਿਲਿਆ, ਸਟਾਕ ਤੋਂ 2.5 ਲੱਖ ਮਿਲਿਆ, ਟ੍ਰੇਡਮਾਰਕ ਤੋਂ 3,65,000 ਮਿਲਿਆ, ਫਰਨੀਚਰ ਤੋਂ ਕੁਛ ਨਹੀਂ ਮਿਲਿਆ, ਤਾਂ ਫਰਨੀਚਰ ਨੂੰ ਇਗਨੋਰ ਕਰ ਦਾਂਗੇ। ਤਾਂ ਇਹਦਾ ਟੋਟਲ ਕਰਕੇ ਲਿਖ ਦਾਂਗੇ ਜਿੰਨੇ ਰੁਪਏ ਮਿਲੇ। ਉਸ ਤੋਂ ਬਾਅਦ ਕ੍ਰੈਡੀਟਰ ਪਰ ਪੇਡ ਇਨ ਫੁੱਲ, ਕ੍ਰੈਡੀਟਰ ਨੂੰ ਪੂਰੇ ਰੁਪਏ ਪੇ ਕਰਤੇ, ਤਾਂ ਬਾਈ ਬੈਂਕ 6,65,000 ਹੀ ਕ੍ਰੈਡੀਟਰ ਦਾ ਪੇ ਕਰ ਦਾਂਗੇ। ਅਤੇ ਇੱਕ ਡਿਸਕਾਊਂਟਡ ਬਿੱਲ ਸੀ 1.5 ਲੱਖ ਦਾ, ਉਹ ਵੀ ਡੈਬਿਟ ਸਾਈਡ 'ਤੇ ਲਿਖ ਦਾਂਗੇ। ਜੁਆਇੰਟ ਲਾਈਫ ਪੋਲਿਸੀ ਸੀ, ਉੱਥੇ ਉਹਦੇ ਵਿੱਚ ਆਪਾਂ ਨੂੰ ਸਰੈਂਡਰ ਵੈਸੇ 9 ਲੱਖ ਦੀ ਸੀ, ਸਰੈਂਡਰ ਕਿੰਨੇ ਦੀ ਕਰਤੀ 1,80,000 ਦੀ, ਤਾਂ ਆਪਾਂ ਨੂੰ 1,80,000 ਰੁਪਏ ਮਿਲ ਰਹੇ, ਤਾਂ ਬਾਈ ਜੁਆਇੰਟ ਲਾਈਫ ਪੋਲਿਸੀ ਬਾਈ ਬੈਂਕ ਦੇ ਨਾਮ ਨਾਲ ਹੀ ਭਾਵੇਂ ਲਿਖ ਦਿਓ, ਠੀਕ ਹੈ, ਕਿਉਂਕਿ ਬੈਂਕ ਦੇ ਵਿੱਚ ਬਾਅਦ 'ਚੋਂ ਤਾਂ ਅਮਾਊਂਟ ਪਾਉਣੀ ਨਹੀਂ ਹੈਗੀ, ਇਸ ਕਰਕੇ ਬਾਈ ਬੈਂਕ ਹੀ ਲਿਖ ਦਿਓ। ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਆਪਣਾ ਕੀ ਆ ਰਿਹਾ ਹੈਗਾ, ਪ੍ਰੋਫਿਟ ਜਾਂ ਲੋਸ। ਬਟ ਇਹਦੇ ਵਿੱਚ ਕੋਈ ਵੀ ਬੈਲੈਂਸਿੰਗ ਫਿਗਰ ਨਹੀਂ ਆ ਰਹੀ, ਤਾਂ ਇਹਦਾ ਮਤਲਬ ਇੱਥੇ ਨਾ ਪ੍ਰੋਫਿਟ ਹੋ ਰਿਹਾ ਨਾ ਲੋਸ ਹੋ ਰਿਹਾ ਹੈਗਾ। ਉਸ ਤੋਂ ਬਾਅਦ ਅੱਗੇ ਆਪਾਂ ਕੈਪੀਟਲ ਅਕਾਊਂਟਸ ਪ੍ਰਪੇਅਰ ਕਰ ਲਾਂਗੇ। ਇਹਦੇ ਵਿੱਚ ਬਾਈ ਬੈਲੈਂਸ ਬਰੋਡ ਡਾਊਨ ਜਾਂ ਟੂ ਬੈਲੈਂਸ ਬਰੋਡ ਡਾਊਨ ਲਿਖ ਦਾਂਗੇ। ਜਿਹਦਾ ਡੈਬਿਟ ਬੈਲੈਂਸ ਹੈ ਡੈਬਿਟ ਵਾਲੀ ਸਾਈਡ ਲਿਖ ਦਿਓ, ਜਿਹਦਾ ਕ੍ਰੈਡਿਟ ਬੈਲੈਂਸ ਹੈ ਕ੍ਰੈਡਿਟ ਸਾਈਡ 'ਤੇ ਲਿਖ ਦਿਓ। ਉਸ ਤੋਂ ਬਾਅਦ ਟੂ P&L ਅਕਾਊਂਟ ਲਿਖ ਦਾਂਗੇ, ਕਿਉਂਕਿ ਆਪਣੇ ਕੋਲ P&L ਦਾ ਐਸੈਟ ਵਾਲੀ ਸਾਈਡ 'ਤੇ ਬੈਲੈਂਸ ਸੀਗਾ। ਅਤੇ ਹੁਣ ਇਹਨਾਂ ਨੇ ਕਿਹਾ ਹੈਗਾ ਨੂਰੀ ਵਾਜ਼ ਇਨਸੋਲਵੈਂਟ ਬਟ 1,60,000 ਫਰੋਮ ਵਾਜ਼ ਰਿਕਵਰਡ ਫਰੋਮ ਆਰ estate, ਤਾਂ ਬਾਈ ਬੈਂਕ ਅਕਾਊਂਟ ਨੂਰੀ ਦੇ ਵਿੱਚ 1,60,000 ਆ ਜਾਊਗਾ। ਨੂਰੀ ਦੇ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਡੈਫੀਸ਼ੀਐਂਸੀ ਆ ਜਾਏਗੀ। ਉਹ ਕੌਣ ਬੀਅਰ ਕਰੇਗਾ, ਜੂਲੀ ਤੇ ਮਿਲੀ, ਕਿਉਂਕਿ ਜਿਹੜਾ ਸੀਮਾ ਦੀ ਤਾਂ ਆਪਣਾ ਮਤਲਬ ਕਿ ਡੈਬਿਟ ਬੈਲੈਂਸ ਆ ਰਿਹਾ 2,80,000, ਅਤੇ ਉਹ ਬਾਈ ਬੈਂਕ ਅਕਾਊਂਟ ਨਾਲ ਲਿਖ ਦਾਂਗੇ। ਸੀਮਾ ਦਾ 2,80,000, ਅਤੇ ਜਿਹੜਾ ਨੂਰੀ ਦੀ ਬੈਲੈਂਸਿੰਗ ਫਿਗਰ ਆ ਰਹੀ ਹੈਗੀ 4,20,000, ਉਹ ਕੌਣ ਬੀਅਰ ਕਰੇਗਾ, ਆਪਣਾ
ਜੂਲੀ ਤੇ ਮਿਲੀ ਕਿਸ ਰੇਸ਼ੋ ਦੇ ਵਿੱਚ 4/7 ਤੇ 3/7 ਆਪਦੀ ਕੈਪੀਟਲ ਰੇਸ਼ੋ ਦੇ ਵਿੱਚ ਆਫਟਰ ਜੋ ਪੀ ਐਂਡ ਐਲ ਮਾਈਨਸ ਕਰਨ ਤੋਂ ਬਾਅਦ ਜੋ ਆਊਗਾ ਉਸ ਰੇਸ਼ੋ ਦੇ ਵਿੱਚ ਆਪਾਂ ਨੇ ਵੰਡਿਆ ਹੈਗਾ। ਬਾਅਦ ਇੱਧਰ ਆਪਾਂ ਨੂੰ ਇਹਨਾਂ ਨੇ ਕਿਹਾ ਸੀਗਾ ਸ਼ੀ ਵਾਜ਼ ਇੰਟਾਈਟਲ ਟੂ ਰਿਸੀਵ ਅ ਕਮਿਸ਼ਨ ਆਫ 5% ਔਨ ਅਮਾਊਂਟ ਫਾਈਨਲੀ ਪੇਡ ਟੂ ਈਚ ਪਾਰਟਨਰ ਐਜ਼ ਕੈਪੀਟਲ। ਮਤਲਬ ਮਿਲੀ ਅਪੋਇੰਟ ਹੋਈ ਸੀਗੀ ਅਤੇ ਮਿਲੀ ਨੂੰ ਹੀ ਆਪਾਂ ਨੇ ਕਮਿਸ਼ਨ ਦੇਣੀ ਹੈ 5% ਕਾਹਦੇ 'ਤੇ ਜਿੰਨੀ ਅਮਾਊਂਟ ਨੂੰ ਫਾਈਨਲੀ ਪੇ ਕਰ ਰਹੇ ਹਰੇਕ ਪਾਰਟਨਰ ਨੂੰ। ਪਾਰਟਨਰ ਸਿਰਫ ਆਪਾਂ ਜੂਲੀ ਨੂੰ ਪੇ ਕਰ ਰਹੇ ਹਾਂ, ਇੱਕ ਪਾਰਟਨਰ ਨੂੰ ਪੇ ਕਰ ਰਹੇ ਹਾਂ ਜੂਲੀ ਨੂੰ, ਤਾਂ ਜੂਲੀ ਦੇ ਅਕਾਊਂਟ ਵਿੱਚੋਂ ਕੱਟਾਂਗੇ ਅਤੇ ਮਿਲੀ ਨੂੰ ਦੇਵਾਂਗੇ। ਅਤੇ ਹੁਣ ਇਹਨੂੰ ਆਪਦੀ ਜੋ ਪੇਮੈਂਟ ਕਰ ਰਹੇ ਆ ਉਹਦੇ 'ਤੇ ਤਾਂ ਆਪਾਂ ਕੋਈ ਕਮਿਸ਼ਨ ਨਹੀਂ ਦੇਣੀ, ਸਿਰਫ ਜੂਲੀ ਦਾ ਹੀ ਦੇਖਾਂਗੇ, ਹੋਰ ਕਿਸੇ ਪਾਰਟਨਰ ਨੂੰ ਆਪਾਂ ਕੋਈ ਕੈਪੀਟਲ ਦੀ ਅਮਾਊਂਟ ਪੇ ਕਰ ਹੀ ਨਹੀਂ ਰਹੇਗੀ। ਤਾਂ ਹੁਣ ਜੂਲੀ ਨੂੰ ਕੈਪੀਟਲ ਦੀ ਪੇਮੈਂਟ ਕਿੰਨੀ ਬਣ ਰਹੀ ਹੈਗੀ 3,60,000। ਬਟ ਇਹਨਾਂ ਨੇ ਕਿਹਾ ਕਮਿਸ਼ਨ ਦੀ ਗੱਲ ਹੋਈ ਹੈ ਤਾਂ 5/105 ਕਰਾਂਗੇ ਤਾਂ ਉਹਦਾ ਕਿੰਨੀ ਆ ਜਾਏਗੀ ਕਮਿਸ਼ਨ 17,142। ਜੂਲੀ ਦੇ ਅਕਾਊਂਟ 'ਚੋਂ ਕੱਟ ਲਾਂਗੇ ਅਤੇ ਮਿਲੀ ਨੂੰ ਦੇ ਦਾਂਗੇ। ਅਤੇ ਮਿਲੀ ਦੇ ਵਿੱਚ ਕ੍ਰੈਡਿਟ ਸਾਈਡ 'ਤੇ ਲਿਖ ਦਾਂਗੇ, ਜੂਲੀ ਦੇ ਵਿੱਚ ਡੈਬਿਟ ਸਾਈਡ 'ਤੇ ਲਿਖ ਦਾਂਗੇ। ਫਿਰ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਟੂ ਬੈਂਕ ਅਕਾਊਂਟ ਆ ਜਾਏਗਾ। ਉਸ ਤੋਂ ਬਾਅਦ ਬੈਂਕ ਅਕਾਊਂਟ ਪ੍ਰਪੇਅਰ ਕਰ ਲਾਂਗੇ, ਟੂ ਬੈਲੈਂਸ ਬਰੋਡ ਔਨ ਡੈਬਿਟ ਸਾਈਡ 'ਤੇ ਲਿਖ ਦਾਂਗੇ, ਰੀਲਾਈਜੇਸ਼ਨ ਡੈਬਿਟ ਸਾਈਡ 'ਤੇ ਲਿਖ ਦਾਂਗੇ, ਰੀਲਾਈਜੇਸ਼ਨ ਵਿੱਚ ਜਿੰਨੇ ਪੈਸੇ ਮਿਲੇ ਸੀ ਉਹ ਵਾਲੇ, ਟੂ ਨੂਰੀਜ਼ ਸੀਮਾਜ਼ ਅਕਾਊਂਟ, ਟੂ ਜੁਆਇੰਟ ਲਾਈਫ ਪੋਲਿਸੀ ਜਿੰਨੇ ਰੁਪਏ ਆਪਾਂ ਨੂੰ ਮਿਲੇ ਸੀਗੇ ਬਾਈ ਬੈਂਕ ਦੇ ਨਾਲ ਉਹ ਸਾਰੇ ਲਿਖ ਦਾਂਗੇ। ਜੁਆਇੰਟ ਲਾਈਫ ਪੋਲਿਸੀ ਦੀ ਜਗ੍ਹਾ 'ਤੇ ਇੱਥੇ ਆਪਾਂ ਸਿੱਧਾ ਟੂ ਰੀਲਾਈਜੇਸ਼ਨ ਵੀ ਆ ਜਾਏਗਾ ਕਿਉਂਕਿ ਰੀਲਾਈਜੇਸ਼ਨ ਅਕਾਊਂਟ 'ਚੋਂ ਇਹ ਵੈਲਿਊ ਲਿੱਤੀ ਵੀ। ਉਸ ਤੋਂ ਬਾਅਦ ਇੱਧਰ ਬਾਈ ਰੀਲਾਈਜੇਸ਼ਨ ਆ ਜਾਏਗਾ, ਬਾਈ ਜੂਲੀਜ਼ ਲੋਨ ਅਕਾਊਂਟ ਆ ਜਾਏਗਾ ਅਤੇ ਬਾਈ ਜੂਲੀਜ਼ ਵੈਸੇ ਜਿੰਨੀ ਅਮਾਊਂਟ ਆਪਾਂ ਕੈਪੀਟਲ ਅਕਾਊਂਟ ਦੇ ਥਰੂ ਪੇ ਕੀਤੀ ਹੈ ਉਹ ਆ ਜਾਏਗੀ, ਬਾਈ ਮਿਲੀਜ਼ ਅਕਾਊਂਟ ਆ ਜਾਏਗਾ। ਦੋਨੋਂ ਸਾਈਡ ਟੋਟਲ ਕਰਾਂਗੇ, ਟੋਟਲ ਮੈਚ ਹੋ ਜਾਏਗਾ।